दोस्तों, मेरा नाम राकेश रमन है। मैं ਚੰਡੀਗੜ੍ਹ ਦਾ ਰਹਿਣ ਵਾਲਾ ਹਾਂ ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ ਹੈਗਾ ਹਾਂ, ਪਰ ਪਿਛਲੇ ਕਈ ਸਾਲ ਤੋਂ ਮੈਂ ਦਿੱਲੀ ਦੇ ਵਿੱਚ ਰਹਿ ਰਿਹਾ ਹਾਂ। ਕੁਝ ਵਿੱਚੋਂ ਦੇਰ ਬੰਬੇ ਵੀ ਰਿਹਾ ਹਾਂ। ਮੈਂ ਇਸ ਮੂਵਮੈਂਟ ਮੈਂ ਇੱਕ ਜਰਨਲਿਸਟ ਹਾਂ। ਪਹਿਲੇ ਮੈਂ ਟ੍ਰਿਬਿਊਨ ਔਰ ਇੰਡੀਅਨ ਐਕਸਪ੍ਰੈਸ ਤੋਂ ਕੈਰੀਅਰ ਆਪਣਾ ਸ਼ੁਰੂ ਕੀਤਾ ਸੀ ਚੰਡੀਗੜ੍ਹ 'ਚੋਂ। ਤਾਂ ਉਸ ਤੋਂ ਬਾਅਦ ਮੈਂ ਕਾਫੀ ਜਗ੍ਹਾ ਦੇ ਉੱਤੇ ਇੰਡੀਆ ਟੂਡੇ ਗਰੁੱਪ ਦੇ ਵਿੱਚ ਵੀ ਕੰਮ ਕੀਤਾ ਹੈਗਾ ਜਾਂ ਹੋਰ ਕਈ ਜਗ੍ਹਾ ਦੇ ਉੱਤੇ ਕੰਮ ਕੀਤਾ ਐਟ ਸੀਨੀਅਰ ਪੋਜੀਸ਼ਨਸ। ਔਰ ਆਈ ਵਾਜ਼ ਅ ਕਾਲਮਨਿਸਟ ਫॉर द फाइनेंशियल एक्सप्रेस। फाइनेंशियल एक्सप्रेस ਇੱਕ ਇੰਡੀਅਨ ਐਕਸਪ੍ਰੈਸ ਦਾ ਗਰੁੱਪ ਦਾ ਬਿਜ਼ਨਸ ਨਿਊਜ਼ਪੇਪਰ ਹੈ। ਉਹਦੇ ਵਿੱਚ ਮੈਂ ਆਈ ਵਾਜ਼ ਐਨ ਐਡਿਟ ਪੇਜ ਕਾਲਮਨਿਸਟ, ਜੋ ਇੱਕ ਅੱਛੀ ਪੋਜੀਸ਼ਨ ਹੁੰਦੀ ਹੈ ਜਰਨਲਿਜ਼ਮ ਦੇ ਵਿੱਚ। ਐਂਡ ਆਈ ਐਮ ਏ ਨੈਸ਼ਨਲ ਅਵਾਰਡ ਵਿਨਿੰਗ ਜਰਨਲਿਸਟ ਆਲਸੋ। ਤਾਂ ਮੈਂ ਇਸ ਮੂਵਮੈਂਟ ਨੂੰ ਕਾਫੀ ਦੇਰ ਤੋਂ ਦੇਖ ਰਿਹਾ ਹੈਗਾ, ਜਦੋਂ ਤੋਂ ਆਲਮੋਸਟ ਇਹ ਸ਼ੁਰੂ ਹੋਇਆ 5-6 ਮਹੀਨੇ ਪਹਿਲੇ ਤੋਂ। ਪਹਿਲੇ ਪੰਜਾਬ ਦੇ ਵਿੱਚ ਸੀ, ਫਿਰ ਦਿੱਲੀ ਦੇ ਬਾਹਰ ਆ ਕੇ ਆਊਟਸਕਰਟਸ ਦੇ ਉੱਤੇ ਚੱਲ ਰਿਹਾ ਹੈਗਾ ਪਿਛਲੇ 2 ਮਹੀਨਿਆਂ ਤੋਂ। ਹੁਣ 2 ਮਹੀਨੇ ਤੋਂ ਬਾਅਦ I have observed that this movement has entered a new phase। ਤੁਸੀਂ ਵੀ ਸਾਰਿਆਂ ਨੇ ਰਿਅਲਾਈਜ਼ ਕੀਤਾ ਹੋਵੇਗਾ ਔਰ ਮੈਂ ਵੀ ਇਹਨੂੰ ਦੇਖ ਰਿਹਾ ਹੈਗਾ ਕਿ this has entered a new phase। ਹੁਣ ਬਹੁਤ ਜ਼ਰੂਰਤ ਹੈਗੀ ਹੈ ਕਿ this should be run in an organized way। ਇਸ ਵੇਲੇ ਜਿਹੜਾ ਮੂਵਮੈਂਟ ਹੈਗਾ, ਮੈਂ ਤੁਹਾਨੂੰ ਹੋਰ ਵੀ ਥੋੜਾ ਆਪਣੇ ਬਾਰੇ ਦੱਸ ਦੇਣਾ ਚਾਹੁੰਦਾ ਹੈਗਾ। I have worked with the ਯੂਨਾਈਟਿਡ ਨੇਸ਼ਨਸ ਆਲਸੋ। ਮੈਂ ਯੂਨੀਡੋ ਦਾ ਡਿਜੀਟਲ ਮੀਡੀਆ ਐਕਸਪਰਟ ਸੀ to impart this technology management training to small and medium businesses in different cities of India। तो ਯੂਨੀਡੋ ਦੇ ਨਾਲ ਵੀ ਮੈਂ ਕੰਮ ਕੀਤਾ ਹੋਇਆ ਤੇ ਇਸ ਲਈ ਮੈਂ ਤੁਹਾਨੂੰ ਥੋੜਾ ਜਿਹਾ ਇਸ ਕੈਂਪੇਨ ਦੇ ਬਾਰੇ ਥੋੜਾ ਜਿਹਾ ਆਪਣੇ ਵਿਊਜ਼ ਸ਼ੇਅਰ ਕਰਨਾ ਚਾਹੁੰਦਾ ਹੈਗਾ। ਵੈਸੇ ਤਾਂ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਸ ਹੈਗੇ ਆ, ਉਹ ਇਹਨੂੰ ਵੈਸੇ ਸਮਝਦਾਰ ਹੈਗੇ ਆ, ਬਟ in this modern world, if you have to communicate with others, with all the stakeholders in this campaign, you will have to be more organized। ਯਾਨੀ ਕਿ ਇਹਨੂੰ ਹੁਣ ਬਹੁਤ ਜ਼ਿਆਦਾ ਦੇਰ ਇੱਕ ਐਡਹੌਕ ਤਰੀਕੇ ਦੇ ਨਾਲ ਇਹਨੂੰ ਮੂਵਮੈਂਟ ਨੂੰ ਨਹੀਂ ਚਲਾ ਸਕਦੇ। ਹੁਣ ਇਹ ਐਡਹੌਕ ਤਰੀਕਾ ਕੀ ਹੈ? ਪਹਿਲੇ ਅਸੀਂ ਇਹ ਸਟੱਡੀ ਕਰਦੇ ਹੈਗੇ ਹਾਂ ਕਿ what are the shortcomings in this campaign that you are running। ਮੂਵਮੈਂਟ ਜਿਹੜਾ ਹੈਗਾ ਉਹ ਇੱਕ ਕੈਂਪੇਨ ਦੀ ਤਰ੍ਹਾਂ ਚਲਾਇਆ ਜਾ ਰਿਹਾ ਹੈਗਾ। ਉਹਦੇ ਵਿੱਚ ਸਭ ਤੋਂ ਜ਼ਰੂਰੀ ਜਿਹੜਾ ਟੂਲ ਹੈਗਾ ਜਾਂ ਵੈਪਨ ਹੈਗਾ ਉਹ ਤੁਹਾਡਾ ਹੈਗਾ ਕਮਿਊਨੀਕੇਸ਼ਨਸ। ਉਹ ਕਮਿਊਨੀਕੇਸ਼ਨਸ ਬਹੁਤ ਹੀ ਸਟਰੋਂਗ ਹੋਣੀਆਂ ਚਾਹੀਦੀਆਂ ਹੈਗੀਆਂ। ਉਹਦੀ ਮੈਸੇਜਿੰਗ ਕਲੀਅਰ ਹੋਣੀ ਚਾਹੀਦੀ ਹੈਗੀ ਹੈ। ਹਰੇਕ ਈਚ ਐਂਡ ਐਵਰੀ ਕਮਿਊਨੀਕੇਸ਼ਨ ਜਾਂ ਮੈਸੇਜਿੰਗ ਹੈਜ਼ ਟੂ ਬੀ ਵੈਰੀ ਵੈਰੀ ਕਲੀਅਰ। ਔਰ ਫਿਰ ਉਹਨੂੰ ਕਿਸ ਤਰ੍ਹਾਂ ਕੰਟੈਂਟ ਦੇ ਵਿੱਚ ਕਨਵਰਟ ਕਰਨਾ ਉਹ ਪਤਾ ਹੋਣਾ ਚਾਹੀਦਾ ਹੈ। ਤਾਂ ਮੈਂ ਕੋਈ ਤੁਹਾਨੂੰ ਇਹ ਲੈਕਚਰ ਦੇਣ ਵਾਸਤੇ ਨਹੀਂ ਕਹਿ ਰਿਹਾ ਹੈਗਾ ਜਾਂ ਸਿਖਾਉਣ ਵਾਸਤੇ ਨਹੀਂ ਕਹਿ ਰਿਹਾ ਹੈਗਾ। ਇੱਕ ਆਪਣੀ ਜਿਹੜੀ ਨੌਲੇਜ ਹੈਗੀ ਹੈ ਵਿਚ ਆਈ ਹੈਵ ਐਕਵਾਇਰਡ ਥਰੂ ਈਅਰਸ ਆਫ ਮਾਈ ਐਕਸਪੀਰੀਅੰਸ ਵਿਦ ਸਮ ਆਫ ਦ ਮੋਸਟ ਰਿਪਿਊਟਿਡ ਆਰਗੇਨਾਈਜੇਸ਼ਨਸ ਇਨ ਦ ਵਰਲਡ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਹੈਗਾ। ਉਹ ਅੱਗੇ ਤੁਹਾਡੀ ਮਰਜ਼ੀ ਹੈ, ਤੁਸੀਂ ਉਹਨੂੰ ਅਪਲਾਈ ਕਰੋ ਜਾਂ ਨਾ ਕਰੋ। ਤਾਂ ਸਭ ਤੋਂ ਪਹਿਲੇ ਕਮਿਊਨੀਕੇਸ਼ਨ ਦੇ ਵਿੱਚ ਸਾਡੇ ਕੋਲ 2 ਤਰੀਕੇ ਹੁੰਦੇ ਹੈਗੇ। ਇੱਕ ਹੁੰਦਾ ਹੈਗਾ ਐਨਾਲੌਗ ਕਮਿਊਨੀਕੇਸ਼ਨਸ। ਐਨਾਲੌਗ ਯਾਨੀ ਕਿ ਜਿਹੜਾ ਪੁਰਾਣੇ ਜ਼ਮਾਨੇ ਦਾ ਹੈਗਾ ਉਹ ਯੂਜ਼ਫੁਲ ਹੈ, ਪਰ ਉਹਨੂੰ ਅੱਜ ਕੱਲ੍ਹ ਮਾਡਰਨ ਡੇਜ਼ ਦੇ ਵਿੱਚ ਉਹਨੂੰ ਅਪਲਾਈ ਕਰਨਾ ਥੋੜ੍ਹਾ ਜਿਹਾ ਇਨਫੈਕਟਿਵ ਹੈ। ਤਾਂ ਐਨਾਲੌਗ ਕਮਿਊਨੀਕੇਸ਼ਨ ਦੇ ਵਿੱਚ ਕੀ ਹੈਗਾ, ਤੁਹਾਡੇ ਨਿਊਜ਼ਪੇਪਰ ਜਾਂ ਪੈਂਫਲੇਟਸ ਜਾਂ ਜੋ ਤੁਸੀਂ ਬੋਲਦੇ ਹੈਗੇ ਹੋ ਇਹ ਸਾਰਾ ਆਉਂਦਾ ਹੈਗਾ। ਤਾਂ ਦੂਸਰਾ ਹੈਗਾ ਐਨਾਲੌਗ ਦੇ ਨਾਲ ਨਾਲ ਹੁਣ ਹੈਗਾ ਨਿਊ ਮੀਡੀਆ ਕਮਿਊਨੀਕੇਸ਼ਨਸ। ਇਹਨੂੰ ਅਸੀਂ ਨਿਊ ਮੀਡੀਆ ਕਮਿਊਨੀਕੇਸ਼ਨਸ ਕਹਿੰਦੇ, ਜਿਹਨੂੰ ਅਸੀਂ ਡਿਜੀਟਲ ਮੀਡੀਆ ਕਮਿਊਨੀਕੇਸ਼ਨਸ ਵੀ ਕਹਿ ਸਕਦੇ ਹੈਗੇ। ਬਟ ਨਿਊ ਮੀਡੀਆ ਇਜ਼ ਏ ਮਾਡਰਨ ਵਰਡ ਫॉर ਡਿਜੀਟਲ ਮੀਡੀਆ। ਤਾਂ ਡਿਜੀਟਲ ਮੀਡੀਆ ਦੇ ਵਿੱਚ ਤੁਹਾਡੀ ਕਮਿਊਨੀਕੇਸ਼ਨ ਜਿਹੜੀ ਹੈਗੀ ਹੈ ਉਹ ਬਹੁਤ ਸਟਰੋਂਗ, ਉਹਦੇ ਵਿੱਚ ਮੈਸੇਜਿੰਗ ਪ੍ਰੋਪਰ ਹੋਣੀ ਚਾਹੀਦੀ ਹੈਗੀ। ਕਿਸ ਤਰ੍ਹਾਂ ਤੁਸੀਂ ਆਪਣੇ ਥਾਟਸ ਨੂੰ ਆਰਟੀਕੂਲੇਟ ਕਰਕੇ ਉਹਨੂੰ ਕੰਟੈਂਟ ਦੇ ਵਿੱਚ, ਕੰਜ਼ਿਊਮੇਬਲ ਕੰਟੈਂਟ ਦੇ ਵਿੱਚ ਕਨਵਰਟ ਕਰਨਾ ਹੈਗਾ, ਉਹ ਸਾਰਾ ਪਤਾ ਹੋਣਾ ਚਾਹੀਦਾ ਹੈ। ਇਸ ਵੇਲੇ ਤੁਸੀਂ ਕੁਝ ਟਵਿੱਟਰ ਦੇ ਉੱਤੇ ਜਾਂ ਫੇਸਬੁੱਕ ਵਗੈਰਾ ਜਾਂ ਯੂਟਿਊਬ ਦੇ ਉੱਤੇ ਪਾ ਰਹੇ ਹੈਗੇ ਹੋ, ਦੈਟ ਇਜ਼ ਓਨਲੀ ਐਡਹੌਕ ਕਮਿਊਨੀਕੇਸ਼ਨਸ। ਠੀਕ ਹੈ, ਉਹ ਇੱਕ ਆਰਗੇਨਾਈਜ਼ ਕਮਿਊਨੀਕੇਸ਼ਨ ਨਹੀਂ ਹੈ।
ਤਾਂ ਉਹਨੂੰ ਆਰਗੇਨਾਈਜ਼ ਕਰਨ ਦੇ ਵਾਸਤੇ ਸਭ ਤੋਂ ਪਹਿਲੀ ਜਿਹੜੀ ਆਰਗੇਨਾਈਜ਼ ਕਿਉਂ ਕਰਨ ਦੀ ਜ਼ਰੂਰਤ ਹੈ, ਪਹਿਲੇ ਇਹ ਵੀ ਅਸੀਂ ਜਾਣ ਲਈਏ। ਹੁਣ ਤੁਹਾਨੂੰ ਲੱਗਦਾ ਹੋਏਗਾ ਕਿ ਤੁਸੀਂ ਟਵਿੱਟਰ ਦੇ ਉੱਤੇ ਕੁਝ ਪਾਉਂਦੇ ਹੈਗੇ ਹੋ, ਜਾਂ ਫੇਸਬੁੱਕ ਦੇ ਉੱਤੇ ਕੁਝ ਪਾਉਂਦੇ ਹੈਗੇ ਹੋ, ਜਾਂ ਯੂਟਿਊਬ ਦੇ ਕੁਝ, ਦਿਸ ਇਜ਼ ਸਕੈਟਰਡ ਇਨਫੋਰਮੇਸ਼ਨ, ਠੀਕ ਹੈ। ਇਹਨੂੰ ਲੱਭਣਾ ਇੱਕ ਜਿਸ ਤਰ੍ਹਾਂ ਜੰਗਲ ਦੇ ਵਿੱਚੋਂ ਸੂਈ ਨੂੰ ਲੱਭਣ ਦੇ ਬਰਾਬਰ ਹੈ, ਇੰਨਾ ਮੁਸ਼ਕਿਲ ਹੈ, ਠੀਕ ਹੈ। ਔਰ ਟਵੀਟਸ ਜਿਹੜੇ ਹੈਗੇ ਉਹ ਨੀਚੇ 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 ਜਾਈ ਜਾਂਦੇ ਹੈਗੇ ਆ, ਤਾਂ ਦਿਸ ਇਜ਼ ਅਡਾਕ ਕਮਿਊਨੀਕੇਸ਼ਨ। ਮਤਲਬ ਕੀ ਹੈ, ਜਿਸ ਤਰ੍ਹਾਂ ਗੰਵਾਰ ਕਿਸਮ ਦੀ ਕਮਿਊਨੀਕੇਸ਼ਨ ਹੈ। ਯਾਨੀ ਕਿ ਮੈਂ ਪੰਜਾਬੀ ਦੇ ਵਿੱਚ ਜੇਕਰ ਇਹਨੂੰ ਕਹਾਂ ਤਾਂ ਗੰਵਾਰ ਜੇਕਰ ਬਣਾਉਣਗੇ ਤਾਂ ਉਹ ਹੈਗੀ ਹੈ, ਕਿਉਂਕਿ ਸਾਨੂੰ ਮੀਡੀਆ ਜਿੰਨੀ ਦੇਰ ਤੱਕ ਅਸੀਂ ਮੀਡੀਅਮ ਨੂੰ ਸਮਝਦੇ ਨਹੀਂ ਹੈਗੇ, ਉਹਦੇ ਇੰਟਰਫੇਸ ਨੂੰ ਨਹੀਂ ਸਮਝਦੇ ਹੈਗੇ, ਅਸੀਂ ਪ੍ਰੋਪਰ ਆਪਣੀ ਕਮਿਊਨੀਕੇਸ਼ਨ ਨਾ ਤਾਂ ਬਣਾ ਸਕਾਂਗੇ ਨਾ ਡਿਲੀਵਰ ਕਰ ਸਕਾਂਗੇ। ਤਾਂ ਉਹਨੂੰ ਕਮਿਊਨੀਕੇਸ਼ਨ ਨੂੰ ਸਮਝਣਾ, ਉਹਦਾ ਇੰਟਰਫੇਸ ਕੀ ਹੈਗਾ। ਜਿਸ ਵੇਲੇ ਅਸੀਂ ਟਵਿੱਟਰ ਦੇ ਵਿੱਚ ਪਾਉਂਦੇ ਹੈਗੇ ਉਹ ਨੀਚੇ 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 ਜਾਈ ਜਾਂਦਾ, ਯਾਨੀ ਕਿ ਜੇਕਰ ਤੁਸੀਂ ਵੈਸੇ ਤਾਂ ਤੁਹਾਡੇ ਕੋਈ ਟਵਿੱਟਰ ਦੇ ਉੱਤੇ ਜ਼ਿਆਦਾ ਹੈ ਹੀ ਨਹੀਂ ਹੈ ਟਵੀਟਸ, ਲੇਕਿਨ ਅਗਰ ਹੁਣ ਜਿਸ ਤਰ੍ਹਾਂ ਨਵਾਂ ਫੇਸ ਦੇ ਵਿੱਚ ਜਾ ਰਹੇ ਹੈਗੇ, ਯੂ ਵਿਲ ਹੈਵ ਟੂ ਕਮਿਊਨੀਕੇਟ ਫਰੋਮ ਮਾਰਨਿੰਗ ਟੂ ਈਵਨਿੰਗ, ਠੀਕ ਹੈ। ਉਹਦੇ ਕਈ ਤੁਹਾਨੂੰ ਸਨਿਪਟਸ ਜਿਹੜੇ ਕਮਿਊਨੀਕੇਸ਼ਨ ਯੂਨਿਟਸ ਹੁੰਦੇ ਹੈਗੇ ਉਹ ਬਣਾਉਣੇ ਪੈਣਗੇ ਰੈਗੂਲਰਲੀ, ਠੀਕ ਹੈ। ਤਾਂ ਉਹਨੂੰ ਤੁਸੀਂ ਅਲੱਗ-ਅਲੱਗ ਮੀਡੀਅਮਸ ਦੇ ਥਰੂ, ਮੋਬਾਈਲ ਵਾਸਤੇ ਅਲੱਗ, ਫੇਸਬੁੱਕ ਵਾਸਤੇ ਅਲੱਗ, ਟਵਿੱਟਰ ਵਾਸਤੇ ਅਲੱਗ, ਉਹ ਸਾਰੇ ਬਣਾਉਣੇ ਪੈਣਗੇ ਤੁਹਾਨੂੰ, ਠੀਕ ਹੈ। ਤਾਂ ਉਹ ਕੀ ਹੈਗਾ, ਇਹਦਾ ਇੰਟਰਫੇਸ ਕੀ ਹੈਗਾ, ਟਵਿੱਟਰ ਜਾਂ ਫੇਸਬੁੱਕ ਜਾਂ ਇਵਨ ਯੂਟਿਊਬ ਦਾ ਵੀ, ਉਹ ਗਾਇਬ ਹੋ ਜਾਂਦੇ ਹੈਗੇ, ਸਕੈਟਰਡ ਹੈ, ਸਕੈਟਰਡ ਇਨਫੋਰਮੇਸ਼ਨ ਹੈ, ਠੀਕ ਹੈ। ਉਹ ਆਰਗੇਨਾਈਜ਼ ਨਹੀਂ ਹੈ, that is not structured information. So for that is raw content, you can say that is only some raw data that you are uh, throwing from your side into a kind of digital waste bin, ਯਾਨੀ ਕਿ ਇੱਕ ਕੂੜੇ ਦੇ ਡੱਬੇ ਦੇ ਵਿੱਚ ਆਪਣੀ ਸੁੱਟੀ ਜਾ ਰਹੇ ਹੈਗੇ। ਹੁਣ ਕਿਸੇ ਨੇ ਲੱਭਣੀ ਹੈ ਤਾਂ ਲੱਭ ਲਓ, ਇਸ ਤਰ੍ਹਾਂ ਤੁਸੀਂ ਕਰ ਰਹੇ ਹੈਗੇ। ਤਾਂ ਉਹਨੂੰ ਆਰਗੇਨਾਈਜ਼ ਕਰਨ ਦੇ ਵਾਸਤੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈਗੀ ਹੈ ਉਹ ਤੁਹਾਡੀ ਹੈਗੀ ਹੈ ਵੈਬਸਾਈਟ। ਵੈਬਸਾਈਟ ਇੱਕ ਕੰਪਰੀਹੈਂਸਿਵ ਵੈਬਸਾਈਟ ਹੈ। ਮੂਵਮੈਂਟ ਪਤਾ ਨਹੀਂ ਕਿੰਨੀ ਦੇਰ ਚੱਲੇਗਾ, ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹੈਗੇ ਹੈ ਇਹ ਲੰਬਾ ਚੱਲੇਗਾ। ਇਸ ਲਈ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈਗਾ। ਮੈਂ ਸੋਚ ਰਿਹਾ ਸੀ ਕਿ ਅਗਰ ਜੇ ਕਾਨੂੰਨ ਰਿਪੀਲ ਹੋ ਜਾਂਦੇ ਹੈਗੇ ਆ ਫਾਰਮੂਲਾਜ਼, ਤਾਂ ਤੁਸੀਂ ਆਪਣੇ ਘਰ ਚਲੇ ਜਾਓਗੇ, ਫਿਰ ਭੁੱਲ ਭੱਲ ਜਾਓਗੇ ਕਿ ਵੀ ਇਹ ਕੁਝ ਸ਼ੁਰੂ ਵੀ ਹੋਇਆ ਸੀ ਜਾਂ ਨਹੀਂ। ਪਰ ਇਹ ਹੁਣ ਮੈਨੂੰ ਲੱਗ ਰਿਹਾ ਹੈਗਾ ਕਿ ਇਹ ਲੰਬਾ ਚੱਲੇਗਾ, ਇਸ ਤੋਂ ਬਾਅਦ ਵੀ ਕਈ ਕੁਝ ਤੁਹਾਨੂੰ ਕਰਨਾ ਪਏਗਾ। ਤਾਂ ਇਹਨੂੰ ਹੁਣੇ ਤੋਂ ਆਰਗੇਨਾਈਜ਼ ਕਰਨਾ ਸ਼ੁਰੂ ਕਰ ਦਿਓ। ਇੱਕ ਵੈਬਸਾਈਟ ਬਣਾਓ ਪ੍ਰੋਪਰ, ਉਹਦੀ ਪ੍ਰੋਪਰ ਸਟਰਕਚਰਿੰਗ ਹੋਣੀ ਚਾਹੀਦੀ ਹੈਗੀ, ਉਹਦੇ ਕੰਪਾਰਟਮੈਂਟਸ ਹੋਣੇ ਚਾਹੀਦੇ ਹੈਗੇ, ਜਿੱਥੋਂ ਦੀ ਇੱਕੋ ਹੀ ਜਗ੍ਹਾ ਦੇ ਉੱਤੇ ਸਾਰੀ ਇਨਫੋਰਮੇਸ਼ਨ ਪਈ ਹੋਣੀ ਚਾਹੀਦੀ ਹੈ ਕਿ ਕੋਈ ਆਏ, ਉਹਦੇ ਸਟਰਕਚਰ ਕੰਪਾਰਟਮੈਂਟਸ ਯਾਨੀ ਕਿ ਡਿਫਰੈਂਟ ਉਹਦੇ ਲਿੰਕਸ ਹੋਣ। ਉਹਦੇ ਵਿੱਚ ਜਾ ਕੇ ਮੰਨ ਲਓ ਮੈਂ ਐਜ਼ ਅ ਜਰਨਲਿਸਟ, ਮੈਂ ਆਈ ਐਮ ਅ ਜਰਨਲਿਸਟ, ਮੈਂ ਇੱਕ ਰੂਰਲ ਰਜਿਸਟੈਂਸ ਕਰਕੇ, ਇਹ ਵਾਲਾ ਕੰਮ ਵੈਸੇ ਮੈਂ ਤੁਹਾਡੇ ਵਾਸਤੇ ਕਰ ਰਿਹਾ ਹੈਗਾ, ਠੀਕ ਹੈ। ਇੱਕ ਰੂਰਲ ਰਜਿਸਟੈਂਸ ਕਰਕੇ ਮੈਂ ਇੱਕ ਆਪਣੇ ਜਿਹੜਾ ਮੇਰਾ ਨਿਊਜ਼ ਸਾਈਟ ਹੈ, ਗਲੋਬਲ ਨਿਊਜ਼ ਸਾਈਟ ਹੈ, ਉਹਦੇ ਅੰਡਰ ਇੱਕ ਸੈਕਸ਼ਨ ਚਲਾ ਰਿਹਾ ਹੈਗਾ। ਤੇ A to Z ਮਤਲਬ ਕਿ ਮੈਕਸਿਮਮ ਇਨਫੋਰਮੇਸ਼ਨ ਮੈਂ ਪਾਈ ਹੋਈ ਹੈਗੀ ਹੈ, ਸੋ ਦੈਟ the stakeholders which are in other countries and they do not understand our local language, they should be able to come to this particular section and get maximum information from this regarding this entire farm or farmers protests which have been happening in the country for the past few months, 3 4 5 months। ਤਾਂ ਉਹ ਮੈਂ ਕਰ ਰਿਹਾ ਹੈਗਾ, ਪਰ ਉਹ ਉਸ ਤਰ੍ਹਾਂ ਦੇ ਨਾਲ ਨਹੀਂ ਮੈਂ ਕਰ ਰਿਹਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਇੱਕ ਆਰਗੇਨਾਈਜੇਸ਼ਨ ਦੀ ਵੈਬਸਾਈਟ, ਮੈਂ ਤਾਂ ਇੱਕ ਐਜ਼ ਅ ਜਰਨਲਿਸਟ ਕਰ ਰਿਹਾ ਹੈਗਾ। ਤਾਂ ਤੁਸੀਂ ਉਹਨੂੰ ਇੱਕ ਆਰਗੇਨਾਈਜੇਸ਼ਨ ਦੀ ਵੈਬਸਾਈਟ ਦੀ ਤਰ੍ਹਾਂ ਦੇਖ ਸਕਦੇ ਹੈਗੇ। ਤੁਸੀਂ ਕਈ ਆਰਗੇਨਾਈਜੇਸ਼ਨਸ ਦੀ ਵੈਬਸਾਈਟਸ ਜਿਹੜੀਆਂ ਹੈਗੀਆਂ, ਤਾਂ ਉਹਨੂੰ ਤੁਸੀਂ ਵੈਬਸਾਈਟ ਦੇ ਉੱਤੇ ਡਿਫਰੈਂਟ ਟਾਰਗੇਟ ਕੰਜ਼ਿਊਮਰਸ ਦੇ ਵਾਸਤੇ ਡਿਫਰੈਂਟ ਤਰ੍ਹਾਂ ਦਾ ਤੁਹਾਨੂੰ ਕੰਟੈਂਟ ਕ੍ਰੀਏਟ ਕਰਨਾ ਪਏਗਾ। ਜਿਸ ਤਰ੍ਹਾਂ ਮੰਨ ਲਓ ਤੁਹਾਡੀ ਪ੍ਰੈਸ ਰਿਲੀਜ਼ ਹੈ, ਹੁਣ ਤੁਹਾਡੀ ਪ੍ਰੈਸ ਰਿਲੀਜ਼ ਤੁਸੀਂ ਪਤਾ ਨਹੀਂ ਉਹ ਤੁਹਾਡਾ ਟਵਿੱਟਰ ਹੈਂਡਲ ਹੈ ਕਿਸ ਦਾ ਹੈਗਾ, ਸੰਯੁਕਤ ਕਿਸਾਨ ਮੋਰਚਾ ਦੀਆਂ ਜਿਹੜੀਆਂ ਪ੍ਰੈਸ ਰਿਲੀਜ਼ਸ ਜਾਂ ਪ੍ਰੈਸ ਨੋਟਸ ਹੈਗੇ ਹੈ, ਉਹ ਇਸ ਤਰ੍ਹਾਂ ਹੀ ਉੱਥੇ JPG ਫਾਰਮੈਟ ਦੇ ਵਿੱਚ ਪਾਉਂਦੇ, ਜਿਸ ਹੌਰੀਬਲ, ਮਤਲਬ ਕਿ ਜਿਹਨੂੰ ਥੋੜਾ ਜਿਹਾ ਵੀ ਡਿਜੀਟਲ ਕੰਟੈਂਟ ਦੀ ਨੌਲੇਜ ਹੈਗੀ ਆ, ਉਹਨੂੰ ਕਦੀ ਵੀ ਉਹ JPG ਦੇ ਵਿੱਚ ਨਹੀਂ ਪਾਏਗਾ। ਇਟ ਹੈਜ਼ ਟੂ ਬੀ HTML ਕੰਟੈਂਟ, ਠੀਕ ਹੈ, ਜਿਹਨੂੰ ਜਰਨਲਿਸਟ ਈਜ਼ੀਲੀ ਯੂਜ਼, ਉੱਥੇ ਪੜ੍ਹੀ ਵੀ ਨਹੀਂ ਜਾਂਦੀ। ਤੁਸੀਂ ਆਪਣੇ ਆਪ ਉਹਨੂੰ ਪੜ੍ਹ ਕੇ ਦੇਖੋ, ਉਹਨੂੰ ਕਲਿੱਕ ਕਰੋਗੇ ਤਾਂ ਉਹਦੇ ਫੌਂਟ ਸਾਈਜ਼ ਇੰਨਾ ਛੋਟਾ ਹੈਗਾ ਕਿ ਯੂ ਵਿਲ ਨਾਟ ਬੀ ਏਬਲ ਟੂ ਰੀਡ ਇਟ।
और फिर जिस किसी ने मैं मान लो एज ए जर्नलिस्ट ਉਹਨੂੰ यूज करना है, आई एम नॉट एबल टू यूज इट एट ऑल। ਤੁਸੀਂ ਇਹਨੂੰ ਸਮਝੋ। ਔਰ ਫਿਰ ਇਹ ਕਿਸੇ ਨੂੰ ਬਾਹਰ ਤਾਂ ਪਤਾ ਨਹੀਂ ਚੱਲਦਾ ਹੈਗਾ ਕਿ ਤੁਸੀਂ ਉਹਦੇ ਟਵਿੱਟਰ ਦੇ ਉੱਤੇ ਮੀਨਸ ਪੀਪਲ ਆਰ ਨਾਟ ਸਪੋਜ਼ਡ ਟੂ ਫੋਲੋ ਯੋਰ ਟਵਿੱਟਰ ਹੈਂਡਲ। ਤਾਂ ਫਿਰ ਉਹਨੂੰ ਵੈਬਸਾਈਟ ਬਣਾ ਕੇ ਜਿਸ ਵੇਲੇ ਤੁਸੀਂ ਪਾਓਗੇ ਉਹਦੇ ਵਿੱਚ HTML ਕੰਟੈਂਟ ਹੋਣਾ ਚਾਹੀਦਾ, ਯਾਨੀ ਕਿ ਟੈਕਸਟ ਕੰਟੈਂਟ ਹੋਣਾ ਚਾਹੀਦਾ, ਉਹਦੇ ਵਿੱਚ ਪਿਕਚਰਸ ਅਵੇਲੇਬਲ ਹੋਣੀਆਂ ਚਾਹੀਦੀਆਂ ਵਿਚ ਜਰਨਲਿਸਟ ਸ਼ੁੱਡ ਬੀ ਏਬਲ ਟੂ ਯੂਜ਼। ਫਿਰ ਤੁਸੀਂ ਕੀ ਕਰਨਾ, ਵੈਬਸਾਈਟ ਉਹ ਪ੍ਰੋਪਰ ਬਣਾ ਕੇ ਇਟ ਸ਼ੁੱਡ ਬੀ ਪ੍ਰੋਪਰਲੀ ਅਪਡੇਟਡ। ਉਹਦੇ ਵਿੱਚ ਜਿਹੜਾ ਤੁਸੀਂ ਹਰ ਰੋਜ਼ ਮੇਰੇ ਖਿਆਲ ਹੈ ਪ੍ਰੈਸ ਕਾਨਫਰੰਸ ਕਰਦੇ ਹੈਗੇ ਹੋ, ਇਹਦੀਆਂ ਪ੍ਰੈਸ ਕਾਨਫਰੰਸ ਦੀ ਟ੍ਰਾਂਸਕ੍ਰਿਪਟਸ ਅਵੇਲੇਬਲ ਹੋਣੀਆਂ ਚਾਹੀਦੀਆਂ ਹੈਗੀਆਂ ਇਨ ਟੈਕਸਟ ਫਾਰਮੈਟ। ਇਹ ਮਤਲਬ ਕਿ ਮੈਂ ਤਾਂ ਸੋਚ ਰਿਹਾ ਸੀ ਕੋਈ ਤੁਹਾਡੇ ਨਾਲ ਬੰਦੇ ਹੋਣਗੇ ਇੰਨੇ, ਤੁਸੀਂ ਕਹਿੰਦੇ ਲੱਖਾਂ ਕਰੋੜਾਂ ਬੰਦੇ ਜੁੜੇ ਹੋਏ ਆ, ਉਹਨਾਂ 'ਚ ਇੱਕ ਦੋ ਤਾਂ ਹੋਣਗੇ ਕਿ ਜਿਹੜੇ ਇਹ ਚੀਜ਼ ਸੋਚਣ ਤੁਹਾਡੀ। ਤਾਂ ਇਹਨੂੰ HTML ਜਾਂ ਟੈਕਸਟ ਬੇਸਡ ਕੰਟੈਂਟ ਉੱਥੇ ਵੈਬਸਾਈਟ ਦੇ ਉੱਤੇ ਹੋਣਾ ਚਾਹੀਦਾ ਵਿਚ ਪੀਪਲ ਸ਼ੁੱਡ ਬੀ ਏਬਲ ਟੂ ਯੂਜ਼। ਐਂਡ the most important part of this exercise is that people in other countries, other stakeholders who want to help you, ਜਿਸ ਤਰ੍ਹਾਂ ਕਿ ਯੂਨਾਈਟਿਡ ਨੇਸ਼ਨ ਏਜੰਸੀਜ਼ ਹੈਗੀਆਂ ਜਾਂ ਹੋਰ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਹੈਗੀਆਂ, ਉਹ ਤੁਹਾਡੀ ਵੈਬਸਾਈਟ ਦੇ ਉੱਤੇ ਆ ਕੇ ਇਹ ਸਾਰੀ ਸਟਰਕਚਰਡ ਇਨਫੋਰਮੇਸ਼ਨ ਲੈ ਸਕਣਗੀਆਂ। ਟਵਿੱਟਰ ਵਗੈਰਾ ਇਜ਼ ਯੂਜ਼ਲੈਸ। ਤੁਹਾਨੂੰ ਮੈਂ ਬਾਰ-ਬਾਰ ਦੱਸ ਰਿਹਾ ਹੈਗਾ ਟਵਿੱਟਰ ਇਜ਼ ਯੂਜ਼ਲੈਸ because I understand this technology media means as a professional who has worked and lived on this media। तो मैं जिस तरह मैं ਤੁਹਾਨੂੰ ਦੱਸਿਆ कि I have worked with UNIDO also, United Nations as a digital media expert। ਪਿਛਲੇ 12 ਸਾਲ ਤੋਂ ਮੈਂ ਆਪਣੀਆਂ ਨਿਊਜ਼ ਸਾਈਟਸ ਚਲਾ ਰਿਹਾ ਹੈਗਾ, ਠੀਕ ਹੈ। ਤੇ ਇਹ ਵੈਬਸਾਈਟਸ ਤੁਹਾਡੀ ਬੜੀ ਹੋਣੀ ਇੰਪੋਰਟੈਂਟ ਆ। ਉਸ ਤੋਂ ਬਾਅਦ ਦਿਸ ਇਜ਼ ਅਬਾਊਟ ਦ ਕੰਸਟਰਕਸ਼ਨ ਆਫ ਦਿਸ ਵੈਬਸਾਈਟ। ਜਿਸ ਵੇਲੇ ਕੰਸਟਰਕਟ ਹੋਗੀ, ਨਾਓ ਯੂ ਹੈਵ ਟੂ ਮੇਕ ਦ ਸਟ੍ਰੈਟਜੀ ਟੂ ਡਿਲੀਵਰ ਦਿਸ ਕੰਟੈਂਟ। ਤਾਂ ਡਿਲੀਵਰੀ ਵਾਸਤੇ ਤੁਹਾਨੂੰ ਇੱਕ ਈਡੀਐਮਸ ਬਣਾਉਣੇ ਪੈਣਗੇ, ਠੀਕ ਹੈ। ਈਡੀਐਮਸ ਹੁੰਦੇ ਇਲੈਕਟ੍ਰੋਨਿਕ ਡਿਜੀਟਲ ਮੇਲਰਸ। ਉਹ ਤੁਹਾਨੂੰ ਉਸ ਇੱਕ ਈਮੇਲ ਦਾ ਆਪਣਾ ਡਾਟਾਬੇਸ ਬਣਾਉਣਾ ਪਏਗਾ, ਇੰਟਰਨੈਸ਼ਨਲ ਈਮੇਲ ਡਾਟਾਬੇਸ, ਜਿੱਥੇ ਤੁਸੀਂ ਇਹ ਈਡੀਐਮ ਬਣਾ ਕੇ ਜਾਂ ਵੈਬਸਾਈਟਸ ਦੇ ਲਿੰਕਸ ਜਿਹੜੇ ਹੈਗੇ ਆ ਜਾਂ ਕੁਝ ਹੋਰ ਕਮਿਊਨੀਕੇਟ ਕਰਨੀ ਹੈਗੀ ਹੈ ਵੈਬਸਾਈਟ ਦੇ ਉੱਤੇ ਪਾ ਕੇ, ਦੈਨ ਯੂ ਸ਼ੁੱਡ ਬੀ ਏਬਲ ਟੂ ਸ਼ੇਅਰ ਇਟ ਵਿਦ ਅਦਰ ਸਟੇਕ ਹੋਲਡਰਸ ਵਿਚ ਆਰ ਇਨ ਯੋਰ ਈਮੇਲ ਡਾਟਾਬੇਸ। ਉਹਦੇ ਵਿੱਚ ਉਹ ਡਾਟਾਬੇਸ ਦੇ ਵਿੱਚ ਹੋਣਗੇ ਜਾਂ ਉਹਨੂੰ ਸਬਸਕ੍ਰਾਈਬ ਕਰਨਗੇ ਉਹ, ਤਾਂ ਉਹਨੂੰ ਤੁਸੀਂ ਸਾਰਾ ਵੈਬਸਾਈਟ ਦਾ ਜਿਹੜਾ ਕੰਟੈਂਟ ਹੈਗਾ ਉਹਨੂੰ ਰੈਗੂਲਰਲੀ ਆ ਕੇ ਦੇਖਣਗੇ। ਟਵੀਟਸ ਨੂੰ ਨਹੀਂ ਕੋਈ ਦੇਖੇਗਾ। ਔਰ ਟਵੀਟਸ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਹੈਗਾ ਹੋਰ ਬੜੇ ਫਲॉज ਹੈਗੇ ਜਿਹੜੇ ਤੁਸੀਂ ਕਰ ਰਹੇ ਹੈਗੇ ਹੋ। JPG ਤਾਂ ਮੀਨਸ ਕੋਈ ਸੋਚ ਵੀ ਨਹੀਂ ਸਕਦਾ ਕਿ JPG ਵਾਲੀ ਪ੍ਰੈਸ ਰਿਲੀਜ਼ ਪਾ ਦਈਏ ਉੱਤੇ। ਇਟ ਹੈਜ਼ ਟੂ ਬੀ HTML ਟੈਕਸਟ ਹੋਣਾ ਚਾਹੀਦਾ, ਠੀਕ ਹੈ, ਤਾਂ ਕਿ ਉਹਨੂੰ ਹੋਰ ਕੋਈ ਯੂਜ਼ ਵੀ ਕਰ ਸਕੇ। ਤਾਂ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਇਹਨੂੰ ਸਟ੍ਰੈਟਜੀ ਨੂੰ ਥੋੜ੍ਹਾ ਜਿਹਾ ਆਪਣਾ ਡਿਜੀਟਲ ਕਮਿਊਨੀਕੇਸ਼ਨ ਸਟ੍ਰੈਟਜੀ ਜਿਹੜੀ ਹੈਗੀ ਹੈ ਇਹਨੂੰ ਤੁਸੀਂ ਥੋੜ੍ਹਾ ਜਿਹਾ ਯੂ ਵਿਲ ਹੈਵ ਟੂ ਮੇਕ ਇਟ ਐਂਡ ਯੂਜ਼ ਇਟ। ਇਹਨੂੰ ਇਮੀਡੀਏਟਲੀ ਤੁਸੀਂ ਇਹ ਕਰਨ ਦੀ ਕੋਸ਼ਿਸ਼ ਕਰੋ। ਇਫ ਯੂ ਵਾਂਟ ਯੂ ਕੈਨ ਟੇਕ ਸਮ ਹੈਲਪ ਫਰੋਮ ਦ ਸੈਕਸ਼ਨ ਰੂਰਲ ਰੈਜ਼ਿਸਟੈਂਸ ਪ੍ਰੋਟੈਸਟ ਇਨ farmers protest in India, the section that I have created. I also run a magazine called Fact, Farming and Agriculture Affairs। ਤਾਂ ਉਹ ਤੁਸੀਂ ਉੱਥੋਂ ਹੈਲਪ ਲੈ ਸਕਦੇ ਹੋ, ਲਿੰਕ ਥੱਲੇ ਦਿੱਤਾ ਗਿਆ, ਉਹਨੂੰ ਤੁਸੀਂ ਕਲਿੱਕ ਕਰੋਗੇ ਤਾਂ ਮੈਂ ਆਪਣਾ ਸੈਕਸ਼ਨ ਬਣਾਇਆ, ਤੁਹਾਨੂੰ ਉਹ ਵੈਬਸਾਈਟ ਬਣਾਉਣੀ ਪਏਗੀ। ਵੈਬਸਾਈਟ ਬਣਾ ਕੇ ਦੈਨ ਯੂ ਸ਼ੁੱਡ ਬੀ ਏਬਲ ਟੂ ਅਦਰਵਾਈਜ਼ ਤੁਹਾਡੀ ਇਹ ਜਿਹੜੀ ਕਮਿਊਨੀਕੇਸ਼ਨ ਹੈ ਇਹ ਹਵਾ ਦੇ ਵਿੱਚ, ਪੀਪਲ ਆਰ ਨਾਟ ਏਬਲ ਟੂ ਰਿਟੇਨ ਇਟ, ਠੀਕ ਹੈ। ਉਹਨਾਂ ਨੂੰ ਰਿਟੈਂਸ਼ਨ ਵੀ ਤਾਂ ਜ਼ਰੂਰੀ ਹੈ ਨਾ, ਕਿ ਉਹਨੂੰ ਕਿਸੇ ਨੇ ਯੂਜ਼ ਕਰਨਾ ਹੈ ਤਾਂ ਉੱਥੋਂ ਦੀ ਲੈ ਕੇ ਉਹਨੂੰ ਇਮੀਡੀਏਟਲੀ ਉਹ ਯੂਜ਼ ਕਰ ਸਕਣ। ਮੰਨ ਲਓ ਕਿਸੇ ਨੇ ਆਪਣੀ ਯੂਰੋਪੀਅਨ ਪਾਰਲੀਮੈਂਟ ਦੇ ਵਿੱਚ ਕਿਸੇ ਨੇ ਬੇਸਿਕ ਇਨਫੋਰਮੇਸ਼ਨ ਤੁਹਾਡੇ ਕੋਲੋਂ ਲੈ ਕੇ ਦੇ ਹੈਵ ਟੂ ਡਿਸਕਸ ਇਟ ਇਨ ਦੇਅਰ ਪਾਰਲੀਮੈਂਟ, ਤਾਂ ਉਹ ਕਿੱਥੋਂ ਲੈਣਗੇ? ਤੁਸੀਂ ਮੈਨੂੰ ਦੱਸ ਸਕਦੇ ਹੋ ਕਿੱਥੋਂ ਲੈਣਗੇ? ਤੁਹਾਡੀ ਉਹ ਵੀਡੀਓਜ਼ ਆ ਕੇ ਦੇਖਣਗੇ। ਪੀਪਲ ਵਾਂਟ ਟੈਕਸਟ ਕੰਟੈਂਟ, ਉਹ ਵੈਬਸਾਈਟ ਦੇ ਉੱਤੇ ਹੀ ਹੋ ਸਕਦਾ ਹੈ। ਐਂਡ ਵੈਬਸਾਈਟ ਸ਼ੁੱਡ ਬੀ ਟੋਟਲੀ ਫਰੈਸ਼, ਹਰ ਵੇਲੇ ਉਹ ਫਰੈਸ਼ ਰਹਿਣੀ ਚਾਹੀਦੀ ਹੈਗੀ।
ਉੱਥੋਂ ਦੀ ਆ ਕੇ ਲੋਕੀ ਇਨਫੋਰਮੇਸ਼ਨ, ਚਾਹੇ ਵੀਡੀਓਜ਼ ਹੈਗੇ ਆ ਉਹ ਵੀ ਵੈਬਸਾਈਟ ਦੇ ਉੱਤੇ ਹੀ ਹੋਣਗੇ, ਚਾਹੇ ਤੁਹਾਡਾ ਟਵਿੱਟਰ ਹੈਂਡਲ ਦਾ ਉਹ ਲਿੰਕ ਹੈਗਾ ਉਹ ਵੀ ਉੱਥੇ ਹੀ ਹੋਣਾ ਚਾਹੀਦਾ ਹੈਗਾ। ਉਸ ਤੋਂ ਬਾਅਦ ਤੁਹਾਡਾ ਜੇ ਟੈਕਸਟ ਕੰਟੈਂਟ ਹੈ, ਪ੍ਰੈਸ ਰਿਲੀਜ਼ਸ ਹੈ, ਉਹ ਸਾਰਾ ਕੁਝ ਉੱਥੇ ਹੋਏਗਾ। ਦੈਟ ਸ਼ੁੱਡ ਬੀ ਦੈਟ ਇਜ਼ ਦ ਓਨਲੀ ਇੰਟਰਫੇਸ ਬਿਟਵੀਨ ਯੂ ਐਂਡ ਅਦਰਸ ਯੋਰ ਸਟੇਕ ਹੋਲਡਰਸ। ਉਹ ਸਟੇਕ ਹੋਲਡਰਸ ਕਿਸੇ ਤਰ੍ਹਾਂ ਦੇ ਵੀ ਹੋ ਸਕਦੇ, ਤੁਹਾਡੇ ਲੋਕਲ ਵੀ ਹੋ ਸਕਦੇ ਆ, ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਨ ਵਾਲੇ ਸਟੂਡੈਂਟਸ ਹੋ ਸਕਦੇ ਆ, ਵਾਪਸ ਪਿੰਡਾਂ ਦੇ ਵਿੱਚ ਲੋਕੀ ਹੋ ਸਕਦੇ ਆ ਜਿਹੜੇ ਉਹਨੂੰ ਹੋਰ ਜ਼ਿਆਦਾ ਦੇਖਣਾ ਚਾਹੁੰਦੇ ਆ। ਉਹਨਾਂ ਵਾਸਤੇ ਮੰਨ ਲਓ ਤੁਸੀਂ 24 ਘੰਟੇ ਪਹਿਲੇ ਇੱਕ ਟਵੀਟ ਪਾਇਆ, ਉਹ ਗਾਇਬ ਹੋ ਜਾਏਗਾ, ਥੱਲੇ ਚਲਾ ਜਾਏਗਾ ਕਿਧਰੇ, ਲੇਕਿਨ ਵੈਬਸਾਈਟ ਦੇ ਉੱਤੇ ਉਹ ਫਰੈਸ਼ ਇਨਫੋਰਮੇਸ਼ਨ ਰਹੇਗੀ। ਲਿੰਕ को ਕਲਿੱਕ ਕਰਨਗੇ ਉਹਨਾਂ ਦੇ ਸਾਹਮਣੇ ਆ ਜਾਏਗਾ। ਵੈਬਸਾਈਟ ਬਹੁਤ ਜ਼ਰੂਰੀ ਹੈ, ਇਹਨੂੰ ਬਣਾਓ ਪ੍ਰੋਪਰਲੀ ਔਰ ਇਸ ਨੂੰ ਪ੍ਰਮੋਟ ਕਰੋ। ਵੈਬਸਾਈਟ ਇਹਨੂੰ ਤੁਸੀਂ ਸੋਸ਼ਲ ਮੀਡੀਆ ਥਰੂ ਵੀ ਪ੍ਰਮੋਟ ਕਰ ਸਕਦੇ ਹੈਗੇ, ਪਰ ਵੈਬਸਾਈਟ ਬਣਾਉਣੀ ਬਹੁਤ ਜ਼ਰੂਰੀ ਹੈ। ਇਹਨੂੰ ਤੁਸੀਂ ਕਰੋ ਔਰ ਉਹਨੂੰ HTML ਸਾਰਾ ਕੰਟੈਂਟ ਪਾਓ ਵੈਬਸਾਈਟ ਦੇ ਉੱਤੇ। JPG ਵਗੈਰਾ ਬਿਲਕੁਲ ਨਾ ਪਾਓ। PDF ਤੁਸੀਂ ਪਾ ਸਕਦੇ ਹੈਗੇ ਫॉर योर ਲੈਂਥੀਅਰ ਰਿਪੋਰਟਸ, ਉਹਨੂੰ PDF ਕਨਵਰਟ ਕਰਕੇ ਪਾਓ। ਇਹ ਸਾਰਾ ਐਕਸਰਸਾਈਜ਼ ਤੁਸੀਂ ਹੁਣੇ ਹੀ ਸ਼ੁਰੂ ਕਰ ਦਿਓ, ਕਿਉਂਕਿ ਇਹ ਅੰਦੋਲਨ ਤੁਹਾਡਾ ਲੰਬਾ ਚੱਲਣ ਵਾਲਾ। ਤਾਂ ਇਹ ਹੀ ਮੈਂ ਤੁਹਾਨੂੰ ਇਸ ਵੀਡੀਓ ਦੇ ਥਰੂ ਕਹਿਣਾ ਸੀ। ਔਰ ਮੈਂ ਇੱਕ ਦੋ ਵੀਡੀਓ ਪਹਿਲਾਂ ਵੀ ਪਾਏ ਹੈਗੇ, SWOT एनालिसिस ऑफ दिस फार्मर्स एजुकेशन, और ਇੱਕ ਅੱਧਾ ਕੋਈ ਹੋਰ ਵੀ ਪਾਇਆ ਹੋਇਆ, ਤੁਸੀਂ ਉਹ ਦੇਖ ਸਕਦੇ ਹੈਗੇ। ਔਰ ਇਹ ਵਾਲਾ ਜਿਹੜਾ ਵੀਡੀਓ ਹੈ ਇਹ ਬਹੁਤ ਇੰਪੋਰਟੈਂਟ ਹੈ। ਇਫ ਯੋਰ ਕਮਿਊਨੀਕੇਸ਼ਨ ਸਟ੍ਰੈਟਜੀ ਇਜ਼ ਨਾਟ ਇਨ ਆਰਡਰ, you will not be able to succeed in this modern digitally driven world। ਇਹ ਤੁਸੀਂ this should be set in stone, ਇਹਨੂੰ ਪੱਥਰ ਦੇ ਉੱਤੇ ਇੱਕ ਲਿਖਿਆ ਹੋਇਆ ਮੰਨੋ। ਤਾਂ ਇਸ ਵੀਡੀਓ ਦੇ ਵਿੱਚ ਮੈਂ ਇਹੀ ਤੁਹਾਨੂੰ ਡਿਜੀਟਲ ਕਮਿਊਨੀਕੇਸ਼ਨ ਦੇ ਬਾਰੇ ਥੋੜ੍ਹਾ ਜਿਹਾ ਦੱਸਣਾ ਸੀ। ਉਹ ਤੁਹਾਡੀ ਪ੍ਰੋਪਰ ਨਹੀਂ ਹੈ, ਤੁਸੀਂ ਉਹਨੂੰ ਠੀਕ ਕਰ ਸਕਦੇ ਹੋ ਤਾਂ ਜ਼ਰੂਰ ਕਰੋ। This is only my suggestion. If you want, you can use it and apply it. Thanks for watching.